ਇਹ ਮੇਰੇ ਮਨ ਪਰਮੇਸ਼ਰ ਦੇ ਅਜਿਹੇ ਨਾਮ ਨੂੰ, ਐਸੇ ਨਾਮ ਨੂੰ ਜਪ ਜਿਸ ਨਾਮ ਦਾ, ਜਿਸ ਪਰਮੇਸ਼ਰ ਦਾ ਸਭਨਾਂ ਦੇ ਉੱਪਰ, ਭਾਵ ਸਾਰੀ ਸ੍ਰਿਸ਼ਟੀ ਦੇ ਉੱਪਰ ਹੁਕਮ ਚੱਲਦਾ ਹੈ। ਉਚਾਰਨ ਕਰੋ ਸਤਿਨਾਮ ਸ੍ਰੀ ਅਕਾਲ। ਸੋ ਐਸਾ ਹਰ ਨਾਮ, ਐਸਾ ਜਿੱਥੇ ਲੱਭ ਜਾਉਂਦਾ ਉੱਥੇ ਇੱਕ ਅੱਗੋਂ ਸਵਾਲ ਬਣ ਜਾਂਦਾ ਵੀ ਕੈਸਾ, ਵੀ ਜਿੱਥੇ ਐਸਾ ਕਿਹਾ ਹੈ ਤੇ ਅੱਗੋਂ ਸਵਾਲ ਪੈਦਾ ਹੁੰਦਾ ਵੀ ਕੈਸਾ, ਕਿਉਂ ਜਿਹਾ, ਫਿਰ ਦੱਸਦੇ ਨਹੀਂ ਵੀ ਇਹੋ ਜਿਹਾ ਨਾਮ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਜਿਹੜਾ ਅੰਤ ਵੇਲੇ ਇਨਸਾਨ ਨੂੰ ਛਡਾ ਲੈਂਦਾ ਹੈ, ਕਿਹਦੇ ਤੋਂ? ਜਮਾਂ ਤੋਂ, ਜਮਾਂ ਦੀ ਮਾਰ ਤੋਂ, ਜਮਦੂਤਾਂ ਤੋਂ, ਜਿਹੜਾ ਨਾਮ ਅੰਤ ਵੇਲੇ ਛਡਾ ਲੈਂਦਾ ਹੈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਇਹੋ ਜਿਹਾ ਪਰਮੇਸ਼ਰ ਦਾ ਨਾਮ ਜਪ ਜਿਹਦੇ ਨਾਲ ਮਨ ਦੀ ਤ੍ਰਿਸ਼ਨਾ ਤੇ ਭੁੱਖ ਮਿਟ ਜਾਂਦੀ ਹੈ। ਨਾਮ ਤੋਂ ਬਿਨਾਂ ਬੰਦੇ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਖਤਮ ਨਹੀਂ ਹੁੰਦੀ, ਤੇ ਜਦੋਂ ਤੱਕ ਤ੍ਰਿਸ਼ਨਾ ਬਣੀ ਹੋਈ ਹੈ ਉਦੋਂ ਤੱਕ ਭੁੱਖ ਵੀ ਨਾਲ ਹੀ ਬਣੀ ਰਹਿੰਦੀ ਹੈ। ਭੁੱਖ ਦਾ ਦੂਜਾ ਨਾਮ ਹੈ ਤ੍ਰਿਸ਼ਨਾ। ਤਾਂ ਗੁਰੂ ਸਾਹਿਬ ਜੀ ਬਾਣੀ 'ਚ ਕਹਿੰਦੇ ਨੇ ਕਿ ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਤ੍ਰਿਸ਼ਨਾ ਤਾਂ ਹਰੀ ਦੇ ਨਾਮ ਨਾਲ ਹੀ ਬੁਝਦੀ ਹੈ। ਜਿੱਥੇ ਬੁਝਦੀ ਲੱਗ ਜਾਉਂਦਾ, ਬੁਝਦੀ, ਜਦੋਂ ਅੱਗ ਜਲ ਰਹੀ ਹੋਏ ਤੇ ਆਪਾਂ ਆਖ ਦਿੰਦੇ ਹਾਂ ਵੀ ਅੱਗ ਨੂੰ ਬੁਝਾ ਦਿਓ। ਭਾਵ ਜਲਦੀ ਹੋਈ ਅੱਗ ਨੂੰ ਬੁਝਾਉਣਾ, ਜਾਂ ਕੋਈ ਦੀਵਾ ਜਲਦਾ ਹੈ ਤੇ ਉਹਨੂੰ ਕਿਹਾ ਜਾਂਦਾ ਇਹਨੂੰ ਬੁਝਾ ਦਿਓ। ਇਸੇ ਤਰ੍ਹਾਂ ਤ੍ਰਿਸ਼ਨਾ ਵਾਸਤੇ ਲਫ਼ਜ਼ ਵਰਤਿਆ ਹੈ ਬੁਝੈ, ਭਾਵ ਤ੍ਰਿਸ਼ਨਾ ਬੁਝਦੀ ਹੈ। ਇਹਦਾ ਮਤਲਬ ਕਿ ਤ੍ਰਿਸ਼ਨਾ ਵੀ ਇੱਕ ਅੱਗ ਹੈ। ਉਚਾਰਨ ਕਰੋ ਸਤਿਨਾਮ ਸ੍ਰੀ ਅਕਾਲ। ਤ੍ਰਿਸ਼ਨਾ ਇੱਕ ਪ੍ਰਕਾਰ ਦੀ ਅਗਨੀ ਹੈ। ਜਿਵੇਂ ਅੱਗ ਨੂੰ ਬੁਝਾਉਣਾ ਪੈਂਦਾ ਹੈ, ਐਵੇਂ ਤ੍ਰਿਸ਼ਨਾ ਨੂੰ ਵੀ ਬੁਝਾਉਣਾ ਪੈਂਦਾ ਹੈ। ਪਰ ਤ੍ਰਿਸ਼ਨਾ ਹੋਰ ਕਿਸੇ ਚੀਜ਼ ਨਾਲ ਨਹੀਂ ਬੁਝਦੀ, ਮਾਇਆ ਨਾਲ ਨਹੀਂ ਬੁਝਦੀ। ਇੱਕ ਮਹਾਤਮਾ ਸੁੰਦਰ ਦਾਸ ਜੀ ਹੋਏ ਨੇ, ਉਹਨਾਂ ਨੇ ਬੜਾ ਸੋਹਣਾ ਲਿਖਿਆ, ਕੁਛ ਲਾਈਨਾਂ ਉਹਨਾਂ ਨੇ ਲਿਖੀਆਂ ਨੇ ਤ੍ਰਿਸ਼ਨਾ ਦੇ ਸੰਬੰਧ ਵਿੱਚ, ਕਿ ਬੰਦੇ ਦੀ ਤ੍ਰਿਸ਼ਨਾ ਕਿਵੇਂ ਦਿਨੋਂ ਦਿਨ ਵੱਧਦੀ ਜਾਂਦੀ ਹੈ। ਉੱਥੇ ਉਹ ਲਿਖਦੇ ਨੇ 2 10 20 50 ਭੈ ਸਤ, ਸਹਿਸ ਹੋਏ ਤੋਂ ਲਾਖ ਮੰਗੇਗੀ। ਕਹਿੰਦੇ 2 ਤੋਂ 10, ਫਿਰ 10 ਤੋਂ 20 ਕਰਨ ਦੀ ਇੱਛਾ ਪੈਦਾ ਹੋ ਜਾਏਗੀ, ਫਿਰ 20 ਤੋਂ 50, ਫਿਰ 50 ਤੋਂ 100, ਫਿਰ 100 ਤੋਂ 1000, 1000 ਤੋਂ ਲੱਖ। ਕਹਿੰਦੇ 2 10 20 50 ਭੈ ਸਤ, ਸਤ ਨਹੀਂ 100। ਸੰਸਕ੍ਰਿਤ ਵਿੱਚ 100 ਨੂੰ ਸ਼ਤ ਕਿਹਾ ਜਾਂਦਾ, ਸ਼ਤ। ਇਸੇ ਕਰਕੇ ਲਫ਼ਜ਼ ਬਣਿਆ ਪ੍ਰਤੀ ਸ਼ਤ, ਜਿਹਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ ਪਰਸੈਂਟੇਜ। ਉਹ ਬਣਿਆ ਹੈ ਪ੍ਰਤੀ, ਪ੍ਰਤੀ ਮੇਰੇ ਹੁੰਦਾ 1 ਤੇ ਸ਼ਬਦ ਮੇਰੇ ਹੁੰਦਾ 100, ਪ੍ਰਤੀ ਸ਼ਬਦ। ਕਹਿੰਦੇ 2 10 20 50 ਭੈ ਸਤ, ਸਹਿਸ ਹੋਏ। ਕਹਿੰਦੇ ਬੰਦੇ ਪਾਸ 1000 ਆ ਜਾਏ ਤਾਂ ਲਾਖ ਮੰਗੇ। ਕਹਿੰਦੇ ਜਿਹੜੀ ਤ੍ਰਿਸ਼ਨਾ ਹੈ ਨਾ, ਉਹ ਫਿਰ ਲੱਖ ਮੰਗਣਾ ਸ਼ੁਰੂ ਕਰ ਦੇਵੇਗੀ।
सहस होए तो लाख मंगेगी। फिर कहते कोट अरब खरब, फिर कहते लाख तो चली जाएगी करोड़ से, करोड़ तो चली जाएगी अरब से। जो अरब आ गया ਹੁਣ ਸੰਸਾਰ ਵਿੱਚ ਜਿਹੜੇ ਅਰਬਾਂਪਤੀ ਬੰਦੇ ਨੇ ਉਹ ਕੀ ਪੈਸਾ ਕਮਾਉਣਾ ਬੰਦ ਕਰ ਦਿੰਦੇ ਨੇ? ਤੁਸੀਂ ਧਿਆਨ ਮਾਰੀਏ, ਆਪਾਂ ਅਰਬਾਂਪਤੀ ਸੰਸਾਰ ਵਿੱਚ ਬੜੇ ਕੀ ਉਹ ਅਰਬਾਂਪਤੀ ਮੁੜ ਕੇ ਪੈਸਾ ਕਮਾਉਣਾ ਬੰਦ ਕਰ ਦਿੰਦੇ ਨੇ? ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਅਰਬ ਤੋਂ ਬਾਅਦ ਫਿਰ ਖਰਬ ਤੇ ਪਹੁੰਚਣ ਦੀ ਉਹਨਾਂ ਦਾ ਟਾਰਗੇਟ ਬਣ ਜਾਂਦਾ ਵੀ ਹੁਣ ਅਰਬ ਤੇ ਆ ਗਏ ਨੇ ਤੇ ਹੁਣ ਖਰਬ ਬਣਨਾ। ਕਹਿੰਦੇ ਕੋਟ ਅਰਬ ਖਰਬ, ਫਿਰ ਖਰਬ ਤੇ ਜਾ ਕੇ ਬੰਦਾ ਖੜ ਜਾਂਦਾ। ਕਹਿੰਦੇ ਨਹੀਂ, ਪ੍ਰਿਥਵੀਪਤੀ ਹੋਣੇ ਦੀ ਚਾਹ ਜਗੇਗੀ। ਫਿਰ ਕਹਿੰਦੇ ਸਾਰੀ ਪ੍ਰਿਥਵੀ ਦੇ ਮਾਲਕ ਬਣਨ ਦੀ ਚਾਹ ਤ੍ਰਿਸ਼ਨਾ ਮਨ ਵਿੱਚ ਪੈਦਾ ਹੋ ਜਾਂਦੀ ਹੈ, ਜਗ ਜਾਂਦੀ ਹੈ ਕਿ ਸਾਰੀ ਪ੍ਰਿਥਵੀ ਦੇ ਮਾਲਕ ਹੀ ਬਣ ਜਾਏਗੀ। ਹੁਣ ਅਸੀਂ ਦੇਖਦੇ ਹਾਂ ਸੁਭਾਵਿਕ ਕਿੱਡੇ ਕਿੱਡੇ ਵੱਡੇ ਅਮੀਰ ਲੋਕ ਨੇ, ਉਹਨਾਂ ਦੀ ਗਿਣਤੀ ਕੀਤੀ ਜਾਂਦੀ ਹੈ ਕਿ ਸੰਸਾਰ ਤੋਂ ਪਹਿਲੇ ਨੰਬਰ ਦਾ ਅਮੀਰ ਹੈ, ਇਹ ਦੂਜੇ ਦਾ ਹੈ, ਇਹ ਤੀਜੇ ਦਾ ਹੈ, ਚੌਥੇ ਦਾ ਹੈ। ਫਿਰ ਉਹ ਜਿਹੜਾ ਤੀਜੇ ਚੌਥੇ ਵਾਲਾ ਹੁੰਦਾ ਉਹ ਕਹਿੰਦਾ ਮੈਂ ਪਹਿਲੇ ਤੇ ਚਲਿਆ ਜਾਵਾਂ, ਜਿਹੜਾ ਉਸ ਤੋਂ ਥੱਲੇ ਵਾਲਾ ਉਹ ਕਹਿੰਦਾ ਮੈਂ ਪਹਿਲੇ ਤੇ ਚਲਿਆ ਜਾਵਾਂ। ਤੇ ਇਹ ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਦੇ ਮਨ ਵਿੱਚ ਇਹ ਚੀਜ਼ ਪੈਦਾ ਕਰਦੀ? ਕਹਿੰਦੇ ਤ੍ਰਿਸ਼ਨਾ। ਕਹਿੰਦੇ ਪ੍ਰਿਥਵੀਪਤੀ ਹੋਣੇ ਦੀ ਚਾਹ ਜਗੇਗੀ। ਫਿਰ ਕਹਿੰਦੇ ਅੱਗੇ ਚੱਲ ਕੇ ਕਹਿੰਦੇ ਸੁਰਗ ਪਤਾਲ ਕੋ ਰਾਜ ਕਰੇ। ਜਦੋਂ ਪ੍ਰਿਥਵੀ ਦਾ ਮਾਲਕ ਬਣ ਗਿਆ ਨਾ, ਫਿਰ ਕਹਿੰਦੇ ਤ੍ਰਿਸ਼ਨਾ ਬੁਝ ਜਾਏਗੀ? ਕਹਿੰਦੇ ਨਹੀਂ ਬੁਝੇਗੀ। ਫਿਰ ਕਹਿੰਦੇ ਮਨ ਵਿੱਚ ਖਿਆਲ ਆ ਜਾਏਗਾ ਕਿ ਹੁਣ ਸੁਰਗਾਂ ਦਾ ਤੇ ਪਤਾਲਾਂ ਦਾ ਵੀ ਰਾਜ ਮਿਲ ਜਾਏਗਾ। ਭਾਵ ਅਸੀਂ ਸੁਰਗ ਪਤਾਲਾਂ ਦੇ ਮਾਲਕ ਬਣ ਜਾਈਏ। ਤੁਸੀਂ ਪੁਰਾਣਕ ਗਾਥਾਵਾਂ ਪੜ੍ਹਦੇ ਹੋ ਨਾ, ਉਹਨਾਂ ਗਾਥਾਵਾਂ ਵਿੱਚ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਫਲਾਣੇ ਰਾਜੇ ਨੇ ਤਿੰਨੇ ਲੋਕਾਂ ਤੇ ਕਬਜ਼ਾ ਕਰ ਲਿਆ। ਭਾਵ ਪ੍ਰਿਥਵੀ ਲੋਕ ਤੇ ਪਤਾਲ ਲੋਕ ਤੇ ਆਕਾਸ਼ ਲੋਕ ਤੇ। ਕਹਿੰਦੇ ਸੁਰਗ ਪਤਾਲ ਕੋ ਰਾਜ ਕਰੇ। ਫਿਰ ਸੁਰਗ ਤੇ ਪਤਾਲ ਦੇ ਰਾਜ ਤੱਕ ਚਲੀ ਜਾਏਗੀ। ਤ੍ਰਿਸ਼ਨਾ ਅਤ ਕੀ ਅਤ ਆਗ ਲੱਗੇਗੀ। ਕਹਿੰਦੇ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਇਹ ਵੱਧ ਹੀ ਵੱਧ ਹੁੰਦੀ ਜਾਏਗੀ, ਵੱਧਦੀ ਹੀ ਜਾਏਗੀ। ਗੁਰੂ ਸਾਹਿਬਾਂ ਨੇ ਮਿਸਾਲ ਇਹ ਦਿੱਤੀ ਹੈ ਬਾਣੀ 'ਚ। ਗੁਰੂ ਸਾਹਿਬ ਜੀ ਕਹਿੰਦੇ ਵੀ ਜਿਵੇਂ ਅੱਗ ਹੈ ਨਾ, ਅੱਗ ਦੇ ਉੱਤੇ ਜਿੰਨਾ ਬਾਲਣ ਪਾਈ ਜਾਓਗੇ, ਅੱਗ ਇਹ ਨਹੀਂ ਕਹੇਗੀ ਵੀ ਹੁਣ ਬਾਲਣ ਨਾ ਪਾਓ ਮੈਂ ਰੱਜ ਗਈ ਹਾਂ। ਕਹਿੰਦੇ ਅੱਗ ਤੇ ਜਿੰਨਾ ਬਾਲਣ ਪਾਈ ਜਾਓਗੇ ਤੇ ਅੱਗ ਵਧੀ ਜਾਏਗੀ, ਕਿਤੇ ਅੱਗ ਬਾਲਣ ਨਾਲ ਰੱਜੇਗੀ ਨਹੀਂ। ਇਸੇ ਤਰ੍ਹਾਂ ਇਨਸਾਨ ਕਿਤੇ ਮਾਇਆ ਨਾਲ ਰੱਜਦਾ ਨਹੀਂ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸੁਰਗ ਪਤਾਲ ਕੋ ਰਾਜ करे तृष्णा अत की अत आग लगेगी। सुंदर एक संतोख बिना। महात्मा सुंदरदास जी लिखते हैं कि हे मनुख एक संतोख तो बिना, सुंदर एक संतोख बिना सठ, सठ मैंने मूर्ख, ऐ मूर्ख इंसान तेरी तो तृष्णा कभी ना भगेगी। कहते तेरी तृष्णा किते भगेगी नहीं, भाव खत्म नहीं होएगी। उचारण करो सतनाम श्री वाहिगुरू। ਇਹਦਾ मतलब गुरु साहब जी कहते ने तृष्णा बुझे हर के नाम। ते हरि नाम की करता है? महा संतोख होवे गुर बचनी। कहते गुरु के बचना द्वारा नाम नाल आ जाता संतोख। महा संतोख होवे गुर बचनी, प्रभ स्यों लागे पूर्ण ध्यान। कहते पूर्ण बंदे का ध्यान प्रभु के चरणों में उदों ही लगता है जदों संतोख आ जाए। उचारण करो सतनाम श्री वाहिगुरू।
ਸੋ ਮੈਂ ਬੇਨਤੀ ਕਰ ਰਿਹਾ ਸੀ, ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਜਿਹੜਾ ਨਾਮ ਮਨ ਦੀ ਤ੍ਰਿਸ਼ਨਾ ਤੇ ਭੁੱਖ ਗਵਾ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਫਿਰ ਕਹਿੰਦੇ ਅਖੀਰ ਤੇ ਜਾ ਕੇ ਕਹਿੰਦੇ, ਨਾਨਕ ਨਾਮ ਅਰਾਧ ਸਭਨਾ ਤੇ ਵੱਡਾ। ਕਹਿੰਦੇ ਨਾਮ ਅਰਾਧ, ਅਰਾਧਨਾ ਕਰ ਉਸ ਨਾਮ ਦੀ ਜਿਹੜਾ ਨਾਮ ਸਭ ਤੋਂ ਵੱਡਾ ਹੈ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਮੇ ਅੱਗੇ ਆਣ ਨਿਵਾਏ। ਕਹਿੰਦੇ ਉਸ ਨਾਮ ਦੇ ਅੱਗੇ ਸਾਰੇ ਹੀ ਆਣ ਕੇ ਝੁਕ ਜਾਂਦੇ ਨੇ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਪਰਮੇਸ਼ਰ ਦਾ ਨਾਮ ਸਭ ਤੋਂ ਸ਼੍ਰੋਮਣੀ ਹੈ, ਤੇ ਜਿਨ੍ਹਾਂ ਨੇ ਨਾਮ ਜਪਿਆ ਹੈ, ਨਾਮ ਜਪਣ ਵਾਲਿਆਂ ਦਾ ਨਾਮ ਸਹਾਈ ਹੁੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ, ਐਸੋ ਸਹਾਈ ਹਰ ਕੋ ਨਾਮ। ਕਹਿੰਦੇ ਨਾਮ ਕਿਸ ਤਰ੍ਹਾਂ ਸਹਾਇਤਾ ਕਰਦਾ ਹੈ। ਸਾਧ ਸੰਗ ਭਜ ਪੂਰਨ ਕਾਮ, ਬੂਟਤ ਕੋ ਜੈਸੇ ਬੇੜੀ ਮਿਲਤ। बूढ़त को जैसे बेड़ी मिलत। कहते बूझत दीपक मिलत तिलक। कहते डुबते बंदे नूं जिवें बेड़ी मिल जाए। हुण पानी च कोई डुब रहा होवे ते उसे ही समय कोई बेड़ी लैके आ जाए ते एकदम बंदे की जान बच जाती है। कहते नाम आए सहायता करता है जिवें डुबते नूं बेड़ी मिल गई। क्यों सानू डुबदियां नूं बेड़ी बन के नाम तारदा है। बूझत दीपक मिलत तिलक। एक दीवा जग रहा है ते दीवे दे अंदर तेल हुंदा है ते दीवा बुझणी वाला होवे ते उसे वेले कोई ओहदे च आके तेल पा देवे, उस वेले तेल पा देवे। जिवें वो एकदम तेल पैण नाल ਜਿਹੜਾ ਦੀਵਾ ਹੈ ਉਹ ਦੁਬਾਰਾ ਫਿਰ ਜਗ ਪੈਂਦਾ ਹੈ। ਇਸ ਤਰ੍ਹਾਂ ਜੀਵਨ ਦੇ ਬੁਝ ਰਹੇ ਦੀਵੇ ਨੂੰ ਨਾਮ ਤੇਲ ਬਣ ਕੇ ਦੁਬਾਰਾ ਜਲਾ ਦਿੰਦਾ ਹੈ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਬੂਝਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ। अग्नि विच कोई जल रहा होए, भाव इन्नी ज़्यादा तपश होए, इन्नी ज़्यादा गर्मी होए ते उहनूं एकदम पानी मिल जाए। उस वेले अग विच जलदे नूं एकदम पानी मिल जाए ते जिवें तपश ते गर्मी खत्म हो जाती है ना। नाम कहंदे इउं साडे अंदर जो विकारां दी जो माया की तपश है उस तपश नूं बुझा के सानू शीतलता प्रदान करता है। उच्चारण करो सतनाम श्री वाहिगुरू। जलत अग्नि मिलत नीर, जैसे बारक मुख है खीर। जिवें बारक दे मुख विच भुखा होए, रो रहा होए ते ओहदे मूँह विच मां का दुध पै जाए, जिवें वो शांत हो जाता है, जिवें उसका रोना मुक जाता है। इस तरह नाम तो बिना जीवन एक रोना बन के रह जाता है। नाम आ जाए जीवन विच ते जीवन के सारे रोने धोने खत्म हो जाते हैं, मुक जाते हैं। जैसे बारक मुख है खीर। फिर कहते अखीर से जाके कहते हैं कि जिहड़ा परमेश्वर का नाम है वो इस तरह साड़ी सहायता करता है, इस प्रकार सहायता करता है।
जैसे किरख बरस मेघ, जैसे पालन सरन सेंग। जैसे किरख बरस मेघ, किरख में होंदी किरसानी खेती। खेती जिवें पानी तो बिना सुक रही होवे ते आसमान तो मोहले धार बारिश पै जाए, कहते जिवें खेती नूं बारिश आके जीवन प्रदान करती है, नाम इवें ही साडे जीवन दे सोके मिटा दिंदा है। साडे जीवन दीयां खुशियां दूर करके साडे जीवन विच त्रियोत पैदा कर दिंदा है। नाम हरियावल पैदा कर दिंदा है। खेती हरी भरी हो जाती है पानी नाल। इसे तरह नाम नाल भी जीवन हरा भरा हो जाता है। जैसे पालन सरन सेंग, जिवें शेर की शरण विच गया बंदे की पालना हुंदी है, इसे तरह नाम की शरण विच आया की पालना इस तरह हुंदी है। सूआ पिंजर नहीं खाए बिलास, सूआ पिंजर नहीं खाए बिलास। देखो कितना सोहना प्रमाण है। सूआ मैंने होंदा तोता, तोता जे पिंजरे विच पिया होया होवे ते उस तोते नूं बिल्ला नहीं आके खा सकदा। बिलास मैंने बिल्ला, जिवें पिंजरे विच पए हुए तोते नूं बिल्ला कुछ नहीं कह सकता, इसी तरह जे असीं भी नाम रूपी पिंजरे का आसरा ले लईए, पिंजरा जिवें उहदे आले दुआले एक प्रोटैक्शन हुंदी है, वो बिल्ले तो बचाउंदा है, ते असल विच बिल्ला की है जम, जम रूपी बिल्ला है। जिहड़ा जम रूपी बिल्ला है ਉਹਦੇ ਤੋਂ ਸਾਨੂੰ नाम पिंजरा बन के बचाउंदा है, साडी सहायता करदा है। उच्चारण करो सतनाम श्री वाहिगुरू। फिर गरड़ मुख नहीं सर्प तरास, सूआ पिंजर नहीं खाए बिलास। कहते गरुड़ दे मुख नूं सर्प की कोई तरास नहीं हुंदी। सर्प का तरास मैंने डर नहीं हुंदा। आप एक कथा पढ़ते हैं, रामायण के अंदर आती है, जदों लक्ष्मण ते मेघनाथ का युद्ध होता है आपस में। उस युद्ध के दौरान जिहड़ा मेघनाथ है, जिहदा नाम इंद्रजीत भी आप पढ़ते हैं, जिन्हें इंद्र नूं जित लिया उसका नाम पै गया इंद्रजीत। मेघनाद, जिहदा नाद, जिहदी आवाज़ मेघ वर्गी सी, जिवें बदल गरजदा ना इउं गरजदा सी वो जदों मैदाने जंग विच जांदा सी। उत्थों पै गया नाम मेघनाथ। कह दिंदे आपां है वैसे नाम सी मेघनाद। नाद मैंने हिंदी आवाज़, आ जोड़ी की आवाज़ है ना, इनू नाद कहते हैं। जिहदी आवाज़ मेघ वर्गी सी, उन्हें कहते एक अपने वालों अस्त्र चलाया। वो जिहड़ा अस्त्र सी वो ऐसा सी भी जिहड़ा सामने वाला दुश्मन सी ना, वो नाग पाश विच बन्निया जाता सी, उहदे आले दुआले नाग दे लपेटे वज जाते सन। ते जे किते उस अस्त्र का निवारण ना किया जाए, उन्होंने ना खत्म किया जाए, जो बहुत सारे नाग होंदे सन, ते हौली हौली वो जिहड़े नाग सन ना अपनी जहर के नाल उस प्राणी को खत्म कर दिंदे सन। हुण जदों मेघनाथ ने वो अस्त्र चलाया ते वो सर्पां की लपेट विच आ गए लक्ष्मण। तां उस वेले फिर वो जिहड़े सर्प सन उन्हां को बचाया किने? कहते जिहड़ा हनुमान सी ना, हनुमान फिर जाके गरुड़ जी को लैके आया। ते जिहड़ा गरुड़ है ये विष्णु भगवान का वाहन भी मनिया जाता है। गरुड़ आया
कि पंछियों का राजा मन्निया गया। ते गरुड़ ने अपनी चुंझ दे नाल वो जिहड़ा नाग पात सी उहनूं खोलिया, क्योंकि जिहड़ा गरुड़ का मुख है उहनूं सर्प का डर कोई नहीं। गुरु साहब की बाणी च कहंदे ने जिवें गरुड़ नूं सर्प का डर नहीं ना, इवें जिहड़ा नाम की शरण विच आ जांदा है उहनूं भी जम रूपी सर्प का कोई डर नहीं रह जांदा। उचारण करो सतनाम श्री वाहिगुरू। सूआ पिंजर नहीं खाए बिलास। जिहड़ा पिंजरा है वो तोते की सहायता भी करता है। ते एक पिंजरा वो तोते वास्ते एक कैद भी है, एक बंधन भी है। जिहड़ा पिंजरा है तोते वास्ते एक प्रकार की कैद है। एक कहते शाहूकार, उन्हें रखिया हुंदा सी तोता। तोता पिंजरे विच पा के रखिया सी, वो पिंजरा टंगिया हुंदा सी बाहर। ते एक महापुरुषों का सेवक वो हर रोज महापुरुषों के अस्थान तो नगर नूं जाण वास्ते उथों भी लंघदा सी। नगर में वो आउंदा सी गजा करने वास्ते, प्रशादा पानी लैण वास्ते। ते नगर विचों प्रशादा पानी लिजा के वापस फिर महापुरुषों नूं जाके छकाउंदा सी पहला, फिर जिहड़े सेवादार सन उन्हां विच वरतदा सी प्रशाद। एक दिन कहंदे जिहड़ा तोता सी वो सी बोलदा, उहनूं बोलना सिखाया सी। तोते ने आवाज मार के उस महापुरुषों के सेवक नूं अपने पास बुलाया। क्यों भाई जान वालिया, एक मिनट मेरी गल सुन के जा। तू हर रोज इत्थों की लंघदा है, मैं रोज देखता हाँ, फिर तू वापस भी जाना, तू कित्थों आउंदा है? तो उस महापुरुषों के सेवक ने दसिया कि मैं महापुरुषों के स्थान से रहना, उन्होंने मैं सेवादार हाँ। फिर तू इत्थे हर रोज की लैण वास्ते आउणा, गजा करने वास्ते आउणा? जदों दसिया ते वो कह लग्या कि महापुरुषों के पास रहने वाले को की लाभ होता है। महापुरुष की करते हैं, उन्होंने संगत की करती है। तोता पुछदा है। अगों महापुरुषों का जिहड़ा सेवक सी ना, वो अगों कह लग्या कि जिहड़े महापुरुषों की संगत करते ने उन्हां दे बंधन कट्टे जाते हैं। महापुरुषों की संगत करने वाले मुक्त हो जाते हैं, उन्हां दे बंधन कट्टे जाते हैं। जदों कहते ये गल आखी ना, सेवक ने तोता कह लग्या कि मैं भी ते देख आ पिंजरा मेरे वास्ते भी एक बंधन बनया हुआ, मैं भी आ पिंजरे रूपी बंधन विच पिया होया है। ते महापुरुषों के पास जाके कोई मेरी फरियाद करती, कोई मेरी बेनती करती कि मैं भी मुक्त हो जावां, मेरे बंधन कट्टे जान। क्यों सेवक कह लग्या भाई मैं महापुरुषों के पास जाके ना तेरी बेनती कर लिया। हुण उन्हें जाके ना वापस प्रशादा थाल विच परोस के ते महापुरुषों के अगे रखिया। महापुरुष जदों प्रशादा छकन लगे ना, पहली गुरकी तोड़ के उन्होंने मुख विच पाई ते ये सेवक ने गल चला लई तोते की। वो तोते की गल चलाउंदियां उन्हें अगों कहा कि महाराज अज एक तोते ने मैनू बुला के आवाज मार के रोक लिया। महापुरुष कहते की कहता सी वो तोता? महापुरुष जानते थे सन सारा कुछ। आखिर जी वो तोता बेचारा पिंजरे में पिया होया है ते मैनू पुछदा सी महापुरुषों की संगत करन दा की लाभ होंदा है। ते मैं उन्होंने कहा कि महापुरुषों की संगत करने वालियां दे बंधन कट्टे जांदे। सतगुर सिख के बंधन काटे, गुर का सिख विकार ते हटे।
कहते फिर अखे जी वो तोते ने बेनती की है भी मैं भी तो बंधन विच ही पिया होया ना, पिंजरे विच पिया होया, तो महापुरुषों को बेनती करी कि मेरे ही बंधन कट दे। जदों इन्नी गल सेवक ने महापुरुषों के पास की ना, ते सेवक की गल सुनदियां सारी महापुरुषों ने मुख च गुरकी पाई सी ना, एकदम जमीन पर डिग इस तरह डिगे भी जिवें कोई बंदा बेहोश हो जाता, बोलण ही नहीं, सेवक नूं हत्थां पैरां दे पै गए, ये की हो गया। मैं ते तोते की गल की ते महापुरुष सुनदियां सारी डिग पए। साध संगत अखीर वो दौड़ के जाके जल लेके आया, उन्हें जल मुंह में पाया। काफी देर बाद जाके महापुरुष उठे, फिर ठीक था। सेवक पूछता है कि महाराज की गल हो गई थी? कहने लगे नहीं कुछ नहीं, वैसे ही बस चक्कर आ गया। ते महापुरुषों ने फिर प्रसाद छकिया, प्रसाद छकिया ते अखीर अगले दिन जो सेवक फिर गजा करने वास्ते गया ना, ते वो तोते ने फिर आवाज मारी, तो सेवक कहने लगे भी ना अज मैं बहुता टाइम नहीं लावांगा तेरे पास, कल तू बहुत टाइम मैनू लवा दिता ते मैं लेट भी हो गया महापुरुषों के पास कर। हाँ दस की आखदा? आखे भाई मैं तेनों कल एक बेनती की सी, सुनेहा दिता सी तैनूं कि महापुरुषों के पास मेरा सुनेहा दिता सी, मेरी बेनती की सी। तो सेवक कह लग्या भी हाँ मैं तेरी गल शुरू की सी कि तोते ने बेनती की है कि मेरे बंधन कटे जान, ते महापुरुष तो सुनदिया सारी डिग पए। जदों तोते ने इन्नी गल सुनी ना, अच्छा कि महापुरुष सुनदिया सार डिग पे? आखे हाँ डिग पे। ते वो जिहड़ा तोता सी ना पिंजरे विच, ते वो भी नाल दी नाल डिग पिया। हुण तोता जदों डिग्या ते उन्हें क्या कमाल दी गल, इहनूं की हो गया? चंगा भला सी मेरे नाल गलबात कर रहा सी, वो तोता ते इस तरह हो गया कि जिवें मर गया हुंदा, ਉਹਦੇ ਚ ਜਾਨ नहीं ਹੁੰਦੀ। ਇਹਨੇ ਮਾੜਾ ਮੋਟਾ ਹਲਾਇਆ ਹੋਇਆ लेकिन ਉਹ हिले ही नहीं। ਅਖੀਰੇ ਨੇ ਸ਼ਾਹੂਕਾਰ ਨੂੰ ਆਵਾਜ਼ ਮਾਰੀ, ਸ਼ਾਹੂਕਾਰ ਜੀ ਆ ਤੁਹਾਡਾ ਤੋਤਾ ਚੰਗਾ ਭਲਾ ਹੁਣੇ ਮੇਰੇ ਨਾਲ ਗੱਲਾਂ ਬਾਤਾਂ ਕਰੀ ਜਾਂਦਾ ਸੀ, ਤੇ ਇਹ ਮੇਰੇ ਨਾਲ ਗੱਲ ਕਰਦਾ ਕਰਦਾ ਹੀ ਪਿੰਜਰੇ ਵਿੱਚ ਡਿੱਗ ਪਿਆ, ਤੈਨੂੰ ਪਤਾ ਨਹੀਂ ਕੀ ਗੱਲ ਹੋ ਗਈ, ਦੇਖੋ ਆ ਕੇ। ਉਹਨੇ ਆ ਕੇ ਪਿੰਜਰੇ ਦੀ ਟਾਕੀ ਖੋਲੀ, ਦਰਵਾਜ਼ਾ ਖੋਲਿਆ, तोते को हिलाया, तोता हिले। शाहूकार कहने लगा कि ये लगता है तोता खत्म हो गया। उन्हें पिंजरे को कढ़िया भी ये मर गया होना, ते पासे एक बनेरा सी उहदे ते रख दिता। जदों शाहूकार बनेरे ते रख के तोते नूं पासे होया, ते उसे वेले तोते ने उडारी मारी कि तोता जाके दरख्त ते बैठ गया। हुण शाहूकार भी हैरान हो गया, कि वो सेवक जिहड़ा महापुरुषों का भी हैरान हो गया। हुण सोची जाता है कि ये की बनिया। कल मैं तोते की गल महापुरुषों के पास जदों की ते महापुरुष एकदम डिग पए सन, कि अज जदों मैं वापस आके तोते नूं वो गल दसी ते तोता भी डिग पिया। ते फिर असीं समझ आए सी कि ये मर गया है, लेकिन ये चंगा भला सी ते हुण उडारी मार के दरख्त ते बैठ गया जाके। धन्नवाद कर रहा तोता कि भाई तेरा बहुत बहुत धन्नवाद, तू मेरी बेनती महापुरुषों के पास की, फिर वापस उन्हां दा सुनेहा लिया के मैनूं दिता। वो कह लग्या तेरी बेनती तो चंगी तरह हो ही नहीं सकी महापुरुषों के पास, फिर उन्होंने मैनूं सुनेहा ते कोई दिता ही नहीं। वो कह लगे तेनू समझ नहीं आई, मैनू समझ आ गई। क्यों पूछता तोते नूं
ਸੇਵਕ ਕਿ ਮੈਨੂੰ ਦੱਸ ਦੇ ਵੀ ਕਈ ਗੱਲ ਦੀ ਸਮਝ ਮੈਨੂੰ ਨਹੀਂ ਆਈ ਜਿਹਦੀ ਤੈਨੂੰ ਆ ਗਈ। ਉਹ ਕਹਿਣ ਲੱਗਿਆ ਤੂੰ ਮਹਾਂਪੁਰਸ਼ਾਂ ਦੇ ਪਾਸ ਮੇਰੀ ਬੇਨਤੀ ਕੀਤੀ ਤੇ ਮਹਾਂਪੁਰਸ਼ ਬੇਨਤੀ ਸੁਣਦਿਆਂ ਤੂੰ ਦੱਸਿਆ ਵੀ ਇੱਕਦਮ ਡਿੱਗ ਪਏ। ਉਹਨਾਂ ਨੇ ਕਹਿੰਦੇ ਮੈਨੂੰ ਸੁਨੇਹਾ ਦਿੱਤਾ ਵੀ ਜਿਹੜੇ ਜਿਉਂਦਿਆਂ ਮਰ ਜਾਂਦੇ ਨੇ ਉਹ ਮੁਕਤ ਹੋ ਜਾਂਦੇ ਨੇ। ਮਹਾਂਪੁਰਸ਼ ਵੀ ਚੰਗੇ ਭਲੇ ਸਨ ਨਾ, ਥੋੜੀ ਚਿਰ ਬਾਅਦ ਉੱਠ ਖੜੇ। ਬਸ ਉਹਨਾਂ ਨੇ ਆਹ ਸੁਨੇਹਾ ਤੇ ਤੂੰ ਮੈਨੂੰ ਆ ਕੇ ਦੱਸਿਆ ਕਿ ਮਹਾਂਪੁਰਸ਼ ਤੇਰੀ ਬੇਨਤੀ ਸੁਣਦਿਆਂ ਡਿੱਗ ਪਏ ਸਨ। ਕਹਿੰਦੇ ਬਸ ਉਹ ਸੁਨੇਹਾ ਮੈਨੂੰ ਮਿਲ ਗਿਆ ਤੇ ਮੈਂ ਵੀ ਉਸੇ ਤਰ੍ਹਾਂ ਡਿੱਗਣ ਦਾ ਸੀ ਤੇ ਮੈਂ ਜਿਉਂਦਾ ਹੀ, ਪਰ ਮੈਂ ਜਿਉਂਦਾ ਹੀ ਮਰ ਗਿਆ। ਤੇ ਸ਼ਾਹੂਕਾਰ ਨੇ ਮਰਿਆ ਸਮਝ ਕੇ ਪਿੰਜਰੇ ਤੋਂ ਬਾਹਰ ਕੱਢ ਦਿੱਤਾ। ਮਹਾਂਪੁਰਸ਼ਾਂ ਨੇ ਮੈਨੂੰ ਸੁਨੇਹਾ ਦਿੱਤਾ ਸੀ ਜਿਹੜੇ ਜਿਉਂਦਿਆਂ ਮਰ ਜਾਂਦੇ ਨੇ ਉਹ ਮੁਕਤ ਹੋ ਜਾਂਦੇ ਨੇ, ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ। ਆਹ ਦੇਖ ਤੇਰੇ ਸਾਹਮਣੇ ਮੇਰੇ ਤੇ ਬੰਧਨ ਕੱਟੇ ਗਏ। ਸਾਧ ਸੰਗਤ, ਅਸਲ ਵਿੱਚ ਇਹ ਜਿਹੜੀ ਗਾਥਾ ਹੈ ਇੱਕ ਦ੍ਰਿਸ਼ਟਾਂਤ ਹੈ। ਜਿਉਂਦਿਆਂ ਮਰਨ ਦਾ ਮਤਲਬ ਹੁੰਦਾ ਜੀਵਨ ਮੁਕਤ ਹੋ ਜਾਣਾ। ਜਿਹੜੇ ਜਿਉਂਦੇ ਹੀ ਪਰਮੇਸ਼ਰ ਦਾ ਨਾਮ ਜਪਦੇ ਨੇ, ਨਾਮ ਜਪ ਕੇ ਜੀਵਨ ਮੁਕਤ ਹੋ ਜਾਂਦੇ ਨੇ, ਫਿਰ ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ। ਉਹਨਾਂ ਨੂੰ ਜਮ ਦਾ ਕੋਈ ਡਰ ਨਹੀਂ ਰਹਿ ਜਾਂਦਾ। ਗਰੜ ਮੁਖ ਨਹੀਂ ਸਰਪ ਤਰਾਸ, ਸੂਆ ਪਿੰਜਰ ਨਹੀਂ ਖਾਏ ਬਿਲਾਸ। ਕਹਿੰਦੇ ਜਿਵੇਂ ਪਿੰਜਰੇ ਵਿੱਚ ਤੋਤਾ ਹੈ ਉਹਨੂੰ ਬਿੱਲਾ ਨਹੀਂ ਖਾ ਸਕਦਾ, ਜਿਹੜਾ ਨਾਮ ਰੂਪੀ ਪਿੰਜਰੇ ਦਾ ਆਸਰਾ ਲੈਂਦਾ ਹੈ ਉਹਨੂੰ ਜਮ ਰੂਪੀ ਬਿੱਲਾ ਵੀ ਨਹੀਂ ਖਾ ਸਕਦਾ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਜੈਸੋ ਆਂਡੋ ਹਿਰਦੇ ਮਾਹੀ। ਇਹ ਪ੍ਰਮਾਣ ਜਿਹੜਾ ਹੈ ਨਾ ਦੋ ਪ੍ਰਕਾਰ ਦਾ ਹੈ। ਇਹਦੇ ਦੋ ਤਰ੍ਹਾਂ ਦੇ ਅਰਥ ਨੇ। ਇੱਕ ਅਰਥ ਵਿਦਵਾਨਾਂ ਨੇ ਕੀਤੇ ਨੇ ਵੀ ਜਿਹੜੀ ਪੂੰਝ ਆਉਂਦੀ ਹੈ ਨਾ, ਸੈਂਕੜੇ ਮੀਲਾਂ ਤੇ ਉੱਡ ਕੇ ਆ ਜਾਂਦੀ ਹੈ, ਪਹਾੜਾਂ ਵਿੱਚ ਆਪਣੇ ਆਂਡੇ ਦੇ ਕੇ ਆਉਂਦੀ ਹੈ ਤੇ ਆਪਣੇ ਹਿਰਦੇ ਵਿੱਚ ਉਹਨਾਂ ਦਾ ਸਿਮਰਨ ਕਰਦੀ ਹੈ। ਗੁਰੂ ਸਾਹਿਬਾਂ ਨੇ ਬੱਚੇ ਵੀ ਲਿਖੇ, ਪਿੱਛੇ ਆਪਣੇ ਬੱਚੇ ਛੱਡ ਕੇ ਆਉਂਦੀ ਹੈ ਤੇ ਸਿਮਰਨ ਕਰਦੀ ਹੈ। ਸਿਮਰਨ ਨਾਲ ਜੋ ਪੂੰਝ ਮੈਦਾਨਾਂ ਵਿੱਚ ਆ ਕੇ ਜੋਗਾ ਚੁਗਦੀ ਆ ਨਾ, ਉਹ ਤਾਕਤ ਅੰਨ ਦੀ, ਅਨਾਜ ਦੀ ਉਹਦੇ ਬੱਚਿਆਂ ਤੱਕ ਪਹੁੰਚ ਜਾਂਦੀ ਹੈ। ਤਾਂ ਉਹਦੇ ਨਾਲ ਉਹਦੇ ਜਿਹੜੇ ਬੱਚੇ ਨੇ ਉਹ ਪਲ ਕੇ ਵੱਡੇ ਹੋ ਜਾਂਦੇ ਨੇ। ਵੀ ਜਿਵੇਂ ਉਹਨਾਂ ਆਂਡਿਆਂ ਨੂੰ ਭਾਵ ਬੱਚਿਆਂ ਨੂੰ ਆਪਦੇ ਹਿਰਦੇ ਵਿੱਚ ਰੱਖਦੀ ਹੈ, ਜੈਸੋ ਆਂਡੋ ਹਿਰਦੇ ਮਾਹੀ। ਤੇ ਦੂਜਾ ਪ੍ਰਮਾਣ ਦੂਜੇ ਅਰਥੇ ਦੇ ਇਹ ਕੀਤੇ ਨੇ ਵੀ ਜਿਵੇਂ ਇੱਕ ਮੁਰਗੀ ਹੈ, ਜਿਹੜਾ ਆਂਡਾ ਤੇ ਮੁਰਗੀ ਦੇ ਪੇਟ ਵਿੱਚੋਂ ਬਾਹਰ ਆ ਜਾਂਦਾ ਹੈ, ਉਸ ਆਂਡੇ ਨੂੰ ਤੇ ਟੁੱਟਣ ਦਾ ਡਰ ਹੁੰਦਾ ਹੈ। ਉਹ ਆਂਡਾ ਤੇ ਠੋਕਰ ਵੱਜ ਕੇ ਟੁੱਟ ਜਾਂਦਾ ਹੈ। ਲੇਕਿਨ ਜਿਹੜੇ ਆਂਡੇ ਮੁਰਗੀ ਦੇ ਹਿਰਦੇ ਵਿੱਚ ਭਾਵ ਪੇਟ ਵਿੱਚ ਨੇ, ਉਹਨਾਂ ਨੂੰ ਟੁੱਟਣ ਦਾ ਕੋਈ ਡਰ ਨਹੀਂ। ਇਸੇ ਤਰ੍ਹਾਂ ਜਿਵੇਂ ਉਹ ਆਂਡਿਆਂ ਦੀ ਸਹਾਇਤਾ ਹੁੰਦੀ ਹੈ ਮੁਰਗੀ ਦੇ ਪੇਟ ਵਿੱਚ, ਇਸੇ ਤਰ੍ਹਾਂ ਜਿਹੜੇ ਨਾਮ ਜਪਦੇ ਨੇ ਉਹ ਹਰ ਇੱਕ ਤਰ੍ਹਾਂ ਦੀ ਠੋਕਰ ਤੋਂ, ਸੱਟ ਤੋਂ ਬਚ ਜਾਂਦੇ ਨੇ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਜੈਸੋ ਦਾਨੋ ਚੱਕੀ ਦਰਾਹੇ। ਦਾਨੋ ਮੇਰੇ ਦਾਣੇ, ਚੱਕੀ ਦੇ ਵਿੱਚ ਦਲੇ ਜਾਂਦੇ ਨੇ ਨਾ ਦਾਣੇ, ਜਦੋਂ ਚੱਕੀ ਪੀਤੀ ਜਾਂਦੀ ਹੈ। ਇਹ ਪ੍ਰਮਾਣੂ ਦਿੱਤਾ ਜੋ ਬਾਬਾ ਜੀ ਦਿਆ ਕਰਦੇ ਸਨ ਕਿ ਦਾਣੇ ਜਦੋਂ ਦਲੇ ਜਾਂਦੇ ਨੇ ਨਾ, ਚੱਕੀ ਦੇ ਦੋ ਪੁੜ ਹੁੰਦੇ ਨੇ। ਇੱਕ ਜਿਹੜਾ ਪੁੜ ਹੈ ਉਹ ਸਥਿਰ ਹੁੰਦਾ ਹੈ, ਉਹ ਚੱਲਦਾ ਨਹੀਂ, ਤੇ ਦੂਜਾ ਚੱਲਦਾ ਹੁੰਦਾ ਹੈ ਉੱਪਰਲਾ। ਤੇ ਜਿਹੜੇ ਦਾਣੇ ਦਲੇ ਜਾਂਦੇ ਨੇ ਨਾ, ਉਹ ਜਾਂ ਤੇ ਦਲੀਆ ਬਣ ਜਾਂਦੇ ਨੇ, ਜਾਂ ਦੁਖਾੜ ਹੋ ਜਾਂਦੇ ਨੇ, ਤੇ ਜਾਂ ਆਟਾ ਬਣ ਜਾਂਦੇ ਨੇ ਜਿਹੜੇ ਚੱਕੀ ਦੇ ਦੋ ਪੁੜਾਂ ਦੇ ਵਿੱਚ। ਇਸੇ ਤਰ੍ਹਾਂ ਕਲਯੁਗ ਦੀ ਮਾਨੋ ਚੱਕੀ ਚੱਲਦੀ ਹੈ। ਕਲਯੁਗ ਦੀ ਵਿਕਾਰਾਂ ਦੀ ਚੱਕੀ ਹੈ। ਉਸ ਚੱਕੀ ਵਿੱਚ ਮਨੁੱਖ ਰੂਪੀ ਦਾਣੇ ਦਲੇ ਜਾ ਰਹੇ ਨੇ। ਕੋਈ ਦੁਪਾੜ ਹੋ ਰਿਹਾ ਹੈ, ਕੋਈ ਦਲੀਆ ਬਣ ਰਿਹਾ ਹੈ, ਕੋਈ ਮੈਦਾ ਬਣਿਆ ਜਾ ਰਿਹਾ ਹੈ। ਪਰ ਕੁਝ ਦਾਣੇ ਜਿਹੜੇ ਵਿਚਾਲੇ ਕਿੱਲੀ ਹੁੰਦੀ ਹੈ ਨਾ, ਕਿੱਲੀ ਜਿੱਥੋਂ ਦੀ ਉੱਪਰੋਂ ਦਾਣੇ ਪਾਏ ਜਾਂਦੇ ਨੇ, ਉਹ ਕਿੱਲੀ ਦੇ ਨਾਲ ਜਿਹੜੇ ਦਾਣੇ ਲੱਗੇ ਰਹਿ ਜਾਂਦੇ ਨੇ, ਉਹ
दाने साबित बच जाते हैं, उन्होंने कुछ नहीं बिगड़ता। इस तरह कलयुग की चक्की के दौरान नाम भी एक किली है, जिहड़ा नाम की किली नाल लग जाता है। बाबा जी कहते सन गुरु नानक के चरणों की किली नाल जिहड़ा लग जाएगा वो साबता बच जाएगा, ਉਹਦਾ कलयुग फिर कुछ नहीं बिगाड़ सकता। उच्चारण करो सतनाम श्री वाहिगुरू। जैसो दानो चक्की दराहे, चक्की विच दले जा रहे दाणियां दे विच जिवें किल्ली दे नाल लगे हुए दाणे बचदे ने, नाम रूपी किल्ली नाल ਜਿਹੜੇ ਮਨੁੱਖ ਰੂਪੀ ਦਾਣੇ ਲੱਗ ਜਾਂਦੇ ਨੇ ਉਹ ਵੀ ਉਸੇ ਤਰ੍ਹਾਂ ਸਾਬਤੇ ਬਚ ਜਾਂਦੇ ਨੇ, ਉਹਨਾਂ ਦਾ ਕੁਝ ਨਹੀਂ ਵਿਗੜਦਾ। ਭਾਵੇਂ ਜਿੰਨੇ ਮਰਜ਼ੀ ਚੱਕਰ ਹਨੇਰੀਆਂ ਮੀਂਹ ਝੁੱਲਣ ਜੋ ਮਰਜ਼ੀ ਆਏ। ਤੇ ਅਖੀਰ ਤੇ ਜਾ ਕੇ ਕਹਿੰਦੇ ਬਹੁਤ ਉਪਮਾ, ਨਾਮ ਦੀ ਉਪਮਾ ਤੇ ਬਹੁਤ ਹੈ ਔਰ ਬਹੁਤ ਥੋੜੀ ਜਿੰਨੀ ਬਿਆਨ ਕੀਤੀ ਹੈ ਇਹਨਾਂ ਪ੍ਰਮਾਣਾਂ ਦੇ ਨਾਲ। ਬਹੁਤ ਉਪਮਾ ਹੋਰ ਕਹੀ ਹਰ ਅਗਮ ਅਗਮ ਅਗਾਧ ਤੂੰ ऊच मूचो बहु अपार सिमरत नानक करे। नाम जिहड़ा है इस प्रकार सहायता करता है। साध संगत गुरु रामदास जी महाराज उन्होंने सिखा ने पूछा, महाराज आप जी कहते हो नेम नाल नाम जपिया करो, बाणी पढ़िया करो, बाणी किस तरह पढ़िया करिए? फिर गुरु रामदास जी कहते जिमें घर के काम काज करते हो, जिम निस दिन घर काज सुधारे, त्यागो कबू न लागे प्यारे, तथा पठन करो गुरबाणी, तथा प्यार करो गुरबाणी, पठन सुनन कीचे रुचि ठानी। कहते इसे तरह बाणी नाल प्यार करो ते बाणी का पढ़ना ते सुनना उस तरह की रुचि मन में धारण करके करो जिन्हें घर के काम धंधियां दे विच रुचि रख के काम करते हो। फिर अगे चल के कहते कि आपके मन को किवें मोड़ना है कि धरियो अर्थ जो शब्द मझारा बार बार उन करो उचार। जो गुरु साहिबान ने बाणी के शब्द विच अर्थ रखिया है उस अर्थ की विचार भी करो, बार बार उन्होंने अपने हिरदे विच गुरु ने हिरदा उहदे विच उस अर्थ की विचार करो। धरियो अर्थ जो शब्द मझारा बार बार उन करो उचारा। फिर अखीर ते कहते क्या गुर कहे करे हम कहाँ, भी गुरु की कह रहे हैं कि असीं की करते हैं। इस प्रकार की विचार करो मन में, क्या गुरु कहे करे हम कहाँ, सने सने मन मोरो कहाँ। कहते फिर सने सने तो भाव हौली हौली आपके मन को गुरु के शब्द की विचार द्वारा पापां दे तारां वाले पासों मोड़ के गुरु के चरणों नाल जोड़ो। जे आप इसे तरह गुरु की बाणी गुरु के शब्द द्वारा मन को नाम नाल बाणी नाल जोड़ांगे, अमृत पान करांगे, गुरु के दसे असूलों से चलांगे, की मिलेगा ये लोग सुखिए परलोक सुहेले। नानक हर प्रभ आपे मिले। और चुकती खिमा सारे मिलके रचना पवित्र करो। अरजस गायो संत जना मेरे, अरजस गायो संत जना मेरा, अरजस गायो संत जना मेरा, अरजस गायो संत जना मेरा। कोट जन्म के दुख गवायो, जो चाहे सोई मन पायो, हर कृपा हर नाम दिवायो, हर सुख हर नाम बढ़ाई, गुर प्रसाद नानक मत पाई। अरजस गायो संत जना मेरा, अरजस गायो संत जना मेरा, अरजस गायो संत जना मेरा, अरजस गायो संत जना मेरा। श्री वाहिगुरु जी। एक ओंकार सतगुर प्रसाद। तनासरी महला पंजवा। तुम दाते
ठाकुर प्रतिपालक नायक खसम हमारे निमक निमक तुम ही प्रतिपाल हो हम बारक तुमरे तारे तुम दाते ठाकुर प्रतिपालक नायक खसम हमारे निमक निमक तुम ही प्रतिपाल हो हम बारक तुमरे तारे जेहिवा एक कवन गुण कहिए बेसुमार बेअंत स्वामी तेरो अंत ना किन ही लहिए रहाओ कोट अपराध हमारे खंडो अनक विधि समझावो हम अज्ञान अल्प मत थोरी तुम्हें आपन बिरद रखावो तुमरी शरण तुम्हारी आशा तुम ही सजन सुहेले राखो राखन हार दयाला नानक घर के गोले तुमरी शरण तुम्हारी आशा तुम ही सजन सुहेले राखो राखन हार दयाला नानक घर के गोले श्री सर्व कला समरथ डोलन तेरा को नाम तुझे कर आनंद गुणी मोहे मातुर तेरी गत नहीं जानी मोहे मातुर तेरी गत नहीं जानी मोहे आप तेरी गत नहीं जानी मोहे आप तेरी गत नहीं जानी मोहे आप
तेरी गत नहीं जानी, तू आप करे प्रतिपाल। तू आप करे प्रतिपाल। मोहे आप तेरी गत नहीं जानी, मोहे आप तेरी गत नहीं जानी, तू आप करे प्रतिपाल। तू आप करे प्रतिपाल। और खद तेरो नाम दया, और खद तेरो नाम दया। और खद तेरो नाम दया, और खद तेरो नाम दया, और खद तेरो नाम दया, और खद तेरो नाम दया। मोहे आप तेरी गत नहीं जानी, मोहे आप तेरी गत नहीं जानी, तू आप करे प्रतिपाल। तू आप करे प्रतिपाल। स्वामी मेरे दुतिया पावनिवा, अनुग्रह स्वामी मेरे दुतिया पावनिवा। और खद तेरो नाम दया, और खद तेरो नाम दया, और खद तेरो नाम दया, और खद तेरो नाम दया। मोहे आप तेरी गत नहीं जानी, मोहे आप तेरी गत नहीं जानी, तू आप करे प्रतिपाल। तू आप करे प्रतिपाल। मोहे आप तेरी गत नहीं जानी, मोहे आप तेरी गत नहीं जानी। बंधन काटने हो अपने कर, अब बंधन काटने हो अपने कर, कब और खद तेरो नाम दया, 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 और खद तेरो नाम दया। मोहे आप तेरी गत नहीं जानी, मोहे
मोहिया तेरी गत नहीं जानी तू आप करे प्रतिपाल तू आप करे प्रतिपाल मोहिया तेरी गत नहीं जानी मोहिया तेरी गत नहीं जानी तेरी शरण पया मोदीवा समरत पुरख मेहरबा तेरी शरण पया मोदीवा समरत पुरख मेहरबा औखद तेरो नाम दया औखद तेरो नाम दया औखद तेरो नाम दया औखद तेरो नाम दया मोहिया तेरी गत नहीं जानी मोहिया तेरी गत नहीं जानी तू आप करे प्रतिपाल तू आप करे प्रतिपाल तेरी गत नहीं जानी मोहिया तेरी गत नहीं जानी मोहिया तेरी गत नहीं जानी मोहिया तेरी गत नहीं जानी तू आप करे प्रतिपाल आप करे प्रतिपाल मोहिया तेरी गत नहीं जानी 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 श्री वाहिगुरु जी मिलवान साहिब मेरा मिलवान एक ओंकार वाहिगुरु जी की फतेह। श्री गुरु अर्जन जी सहाय वार श्री गुरु अर्जन जी की वार दसवीं प्रथम भगवती सिमर के गुरु नानक देव के आए सुरंग प्रभु दासन दसरे सहाय अर्जन हर गोविंद सिंह श्री राय श्री कृष्ण ध्याय सुजते सब जाए एक बार दर्शन दिया कर नानक गाता सब कहीं कोई सहाय
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਜੀ ਸਤਿਨਾਮੀ ਹੋਏ ਸਭਾਏ ਸਤਿ ਸ੍ਰੀ ਅਕਾਲ ਜੀ ਕਾ ਦੇ ਕਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਦਸਾਂ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਪ ਦੀ ਜੋਤ ਹਾਜ਼ਰਾ ਜੋਰ ਜਾਹਰਾ ਜਹੂਰ ਕਲ ਜੁਗ ਕੇ ਵਜਦ ਨਾਮ ਕੇ ਜਹਾਜ ਹਲ ਫਰਦ ਕੇ ਰੱਖਿਆ ਲੋਕ ਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹਾਂ ਦੇ ਸਰੂਪ ਜਿਨ੍ਹਾਂ ਦੇ ਪਾਠ ਦਰਸ਼ਨ ਉਦਾਰ ਜੀ ਕਾ ਦੇ ਕਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਦਸ ਪਾਤਸ਼ਾਹੀਆਂ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸੁਸੰਤਾ ਸੁਭਗਤਾ ਸੁਸਤਿਆਰੀਆਂ ਪਿਆਰੀਆਂ ਸਿੱਧ ਗਵਰਨਾ ਸ਼੍ਰੀ ਦਸਵੇਂ ਜੀ ਕਮਾਈ ਕਾ ਅੰਦਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸਮੂਹ ਤਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਮੁੰਡਿਆਂ ਨਿਸ਼ਾਨਾ ਜੀ ਕਾ ਦੇ ਅੰਦਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸੇਵਾ ਕਾਲ ਅੰਤਰ ਜਾਮੀ ਦਮ ਸ਼੍ਰੀ ਨਾਮ ਸੱਚੇ ਪਾਤਸ਼ਾਹ ਜੀ ਐਸ ਵੇਲੇ ਆਪ ਜੀ ਕੀ ਅਰਦਾਸ ਬੇਨਤੀ ਆਪ ਜੀ ਕੇ ਸ਼ਹੀ ਤਿਆਰ ਹੈ ਆਪ ਜੀ ਸਮਸਤ ਕਸਮ ਦੇ ਬਰਾਜਮਾਨ ਹੋਵੋ ਸੰਕਾਮ ਖੁਸ਼ੀਆਂ ਬਖਸ਼ੋ ਸਰਬੱਤ ਭੁੱਲਾਂ ਮਾਫ ਕਰੋ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇਰੇ ਕਰ ਵੈਸੋ ਵਰਜਨ ਪਿਆਰੇ ਸਤਿਗੁਰ ਤੁਮਰੇ ਕਾਗ ਸਵਾਰੇ ਦੁਸਤ ਲੋਕ ਪਰਮੇਸ਼ਰ ਵਾਜ ਜਨ ਕੀ ਲੈਜ ਰਖੀ ਕਰਤਾਰੇ ਬਾਸ਼ਾ ਸਦ ਵਸਤਰ ਦੀਨ ਅੰਮ੍ਰਿਤ ਨਾਮ ਮਹਾਰਸ਼ਮੀ ਦੇ ਦਰਬਾਰ ਹੋਏ ਬਾਜੋ ਸਾਧ ਸੰਗਤ ਮਿਲ ਕੇ ਦਾਨ ਸ਼ਰਨ ਪਰੇ ਪ੍ਰਭ ਅੰਦਰ ਜਾਮੀ ਨਾਨਕ ਓਟ ਕਕਰੀ ਗਵਾਮੀ ਜਿਸ ਮਨ ਵਾਸਾ ਸੁਣ ਸਾਜੀ ਦਰਜਨ ਆਵੇ ਹਰ ਪ੍ਰਭ ਜੀਤ ਜਨਮ ਮਰਨ ਦੁਖ ਨਿਵਾਰ ਲਬ ਦੇ ਗਬ ਗਾਵਦਾਰ ਨਿਰਮਲ ਸੁਭਾਨ ਰਤਨਾ ਕੀ ਬਾਣੀ ਏਕ ਨਾਮ ਮਹਿ ਸਮਾਗੀ ਦੁਖ ਰੋਗ ਮਿਟ ਸੇ ਪੈ ਪਰਮ ਸਾਧਨਾ ਨਿਰਮਲਤਾ ਕੇ ਜਲਮ ਜੀ ਸਾਤੇ ਊਚਨਾ ਕੀ ਸੁਭਾਵਾਨੀ ਨਾਨਕੇ ਗੁਣ ਨਾਮ ਗੁਣ ਜੀ ਸਾਤੇ ਊਚਨਾ ਕੀ ਸੁਭਾਵਾਨੀ ਨਾਨਕੇ ਗੁਣ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਦੀਆਂ ਸੰਗਤਾਂ ਜੀ ਅਰਗਨ ਗੁਰੂ ਪਿਆਰੇ ਜੀ ਸਾਰੇ ਸਤਨਾਮ ਦਾ ਬਦਲ ਦੇ ਸਤਨਾਮ ਸਤਨਾਮ ਜੀ ਵਾਹਿਗੁਰੂ ਜੀ 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 ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।